ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਪ੍ਰੀਤ ਸਿੰਘ ਚੜ੍ਹਦੀ ਕਲਾ ਸੇਵਾ ਟਰਸਟ ਤੋਂ ਆਪ ਜੀ ਦਾ ਹੋਸਟ। ਸਾਡੇ ਨਾਲ ਜੁੜ ਚੁੱਕੇ ਨੇ ਵੀਰ ਸੁਖਵਿੰਦਰ ਸਿੰਘ ਜੀ, ਵਾਈਸ ਪ੍ਰਿੰਸੀਪਲ ਦਸ਼ਮੇਸ਼ ਗੁਰਮਤਿ ਵਿਦਿਆਲੇ ਬਾਲਾ ਸਾਹਿਬ ਨਵੀਂ ਦਿੱਲੀ ਤੋਂ। ਵੀਰ ਜੀ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਅੱਜ ਅਸੀਂ ਆਪਣਾ ਇੱਕ ਨਵਾਂ ਸਵਾਲ ਆਪ ਜੀ ਨਾਲ ਲੈ ਕੇ ਆਏ ਹਾਂ, ਜੋ ਸਾਡੀ ਲੜੀਵਾਰ ਚਰਚਾ ਚੱਲ ਰਹੀ ਹੈ ਰਹਿਤ ਮਰਿਆਦਾ ਦੇ ਉੱਤੇ। ਕਿ ਸਾਡਾ ਸਵਾਲ ਇਹ ਹੈ ਕਿ ਜੋ ਸਹਿਜ ਪਾਠ ਹੈ ਹੋਰ ਅਖੰਡ ਪਾਠ ਸਾਹਿਬ ਜੀ ਹਨ, ਉਸ ਨੂੰ ਰੱਖਣ ਦੀ ਤੇ ਉਸ ਦੀ ਸਮਾਪਤੀ ਦੀ ਕੀ ਮਰਿਆਦਾ ਹੈ, ਕੀ ਸਾਨੂੰ ਰਹਿਤ ਮਰਿਆਦਾ ਸਾਨੂੰ ਕੀ ਕਹਿੰਦੀ ਹੈ ਕਿ ਅਸੀਂ ਕਿਸ ਮਰਿਆਦਾ ਨਾਲ ਉਹ ਸਹਿਜ ਪਾਠ ਦੀ ਆਰੰਭਤਾ ਕਰਨੀ ਹੈ ਤੇ ਸਮਾਪਤੀ ਕਰਨੀ ਹੈ। ਇਸ ਦੇ ਬਾਰੇ ਥੋੜਾ ਜਿਹਾ ਸਾਨੂੰ ਜਾਣਨਾ ਪਾਓ, ਤਾਂ ਕਿ ਸੰਗਤ ਦੇ ਬੜੇ ਸਵਾਲ ਆਉਂਦੇ ਨੇ। ਕੋਈ ਕਹਿੰਦਾ ਕਿ ਲਾਕਡਾਊਨ ਵਿੱਚ ਅਸੀਂ ਸਹਿਜ ਪਾਠ ਰੱਖਣਾ ਤੇ ਅਸੀਂ ਘਰੋਂ ਹੀ ਰੱਖ ਰਹੇ ਹਾਂ, ਕੋਈ ਕਹਿੰਦਾ ਕਿ ਅਸੀਂ ਗੁਰਦੁਆਰੇ ਤੋਂ ਰੱਖਣਾ ਹੈ। ਇਹ ਥੋੜਾ ਜਿਹਾ ਜਰਾ ਇਸ ਦੇ ਉੱਤੇ ਥੋੜਾ ਜਿਹਾ ਰੋਸ਼ਨੀ ਪਾਓ ਕਿ ਸੰਗਤ ਨੂੰ ਵੀ ਸਮਝ ਆਏ ਕਿ ਮਰਿਆਦਾ ਸਾਡੀ ਕੀ ਕਹਿੰਦੀ ਹੈ, ਸਾਨੂੰ ਕੀ ਕਰਨਾ ਚਾਹੀਦਾ। ਜੀ ਵੀਰ ਜੀ, ਸਹਿਜ ਪਾਠ ਸਾਹਿਬ ਆਰੰਭ ਕਰਨਾ ਜਾਂ ਅਖੰਡ ਪਾਠ ਸਾਹਿਬ ਆਰੰਭ ਕਰਨਾ ਤੇ ਸਹਿਜ ਪਾਠ ਸਾਹਿਬ ਜਾਂ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਹੋਣੀ, ਭੋਗ ਪੈਣਾ, ਇਸ ਦੇ ਬਾਬਤ ਰਹਿਤ ਮਰਿਆਦਾ ਵਿੱਚ ਉਚੇਚੇ ਤੌਰ ਤੇ ਜਿਹੜਾ ਹੈ ਉਹ ਪੁਆਇੰਟ ਦੱਸੇ ਗਏ ਨੇ, ਦਰਜ ਕੀਤੇ ਗਏ ਨੇ। ਸਹਿਜ ਪਾਠ ਸਾਹਿਬ ਜੀ ਦੀ ਜਿਹੜੀ ਗੱਲ ਹੈ ਉਸ ਨੂੰ ਰਹਿਤ ਮਰਿਆਦਾ ਵਿੱਚ ਸਾਧਾਰਨ ਪਾਠ ਕਰਕੇ ਲਿਖਿਆ ਹੋਇਆ ਹੈ। ਸਾਧਾਰਨ ਪਾਠ ਕਿਹਾ ਗਿਆ। ਇਹਦੇ ਊੜਾ ਭਾਗ ਹੈ ਜੀ ਕਿ ਹਰ ਇੱਕ ਸਿੱਖ ਨੂੰ ਵਸ ਲੱਗੇ ਆਪਣੇ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਦਾ ਵੱਖਰਾ ਤੇ ਨਵੇਕਲਾ ਸਥਾਨ ਨਿਯਤ ਕਰਨਾ ਚਾਹੀਏ। ਜਦੋਂ ਸਿੱਖ ਆਪਣਾ ਨਵਾਂ ਘਰ ਬਣਾਵੇ ਤੇ ਉੱਥੇ ਵਸੇਬਾ ਕਰੇ ਤਾਂ ਚਾਹੀਦਾ ਤਾਂ ਇਹ ਹੈ ਕਿ ਉਹ ਆਪਣੇ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਥਾਨ ਬਣਾਵੇ, ਪਰ ਇਹ ਸਥਾਨ ਯੋਗ ਥਾਂ ਤੇ ਹੋਣਾ ਚਾਹੀਦਾ, ਇਹ ਯਾਦ ਰੱਖਣਾ। ਕਈ ਵਾਰ ਅਸੀਂ ਕੀ ਕਰਦੇ ਹਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਥਾਨ ਉਸ ਥਾਂ ਤੇ ਬਣਾ ਦਿੰਦੇ, ਜਿਵੇਂ ਪੌੜੀਆਂ ਦੇ ਥੱਲੇ, ਠੀਕ ਹੈ, ਜਾਂ ਹੋਰ ਜਿਹੜਾ ਇਹੋ ਜਿਹੀ ਥਾਂ ਜਿਹੜੀ ਬੜੀ ਕਸੂਤੀ ਜਿਹੀ ਥਾਂ ਹੈ, ਬਹੁਤ ਤੰਗ ਥਾਂ ਹੈਗੀ ਹੈ, ਇਸ ਤਰ੍ਹਾਂ ਦੀ ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਥਾਨ ਜਿਹੜਾ ਹੈ ਉਹ ਸ਼ੋਭਨੀਕ ਨਹੀਂ ਹੈ, ਬਣਾਉਣਾ ਨਹੀਂ ਚਾਹੀਦਾ। ਕਮਰਾ ਜਿਹੜਾ ਹੈ ਉਹ ਠੀਕ ਠਾਕ ਹੋਣਾ ਚਾਹੀਦਾ ਹੈਗਾ। ਇਹ ਕਿਉਂ ਹੈ? ਇਹ ਰਹਿਤ ਮਰਿਆਦਾ 'ਚ ਗੱਲ ਕਿਉਂ ਲਿਖੀ ਹੈ? ਇਹ ਇਸ ਕਰਕੇ ਲਿਖੀ ਹੈ ਕਿ ਅੱਗੇ ਗੱਲ ਆਏਗੀ ਕਿ ਹਰ ਇੱਕ ਸਿੱਖ ਨੂੰ ਰੋਜ਼ਾਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ ਜਾਂ ਆਵਾਜ਼ਾਂ ਲੈਣਾ, ਵਾਕ ਲੈਣਾ ਜ਼ਰੂਰੀ ਹੈਗਾ, ਕਿਉਂਕਿ ਜਿੱਥੇ ਦੇਸਾਂ ਵਿਦੇਸਾਂ ਵਿੱਚ ਸਿੱਖ, ਇੰਡੀਆ ਦੇ ਵਿੱਚ ਤਾਂ ਬਹੁਤ ਸਾਰੇ ਗੁਰਦੁਆਰੇ ਨੇ, ਹਰ ਗਲੀ ਮੁਹੱਲੇ ਵਿੱਚ ਗੁਰਦੁਆਰਾ ਸਾਹਿਬ ਹੈਗਾ, ਪਰ ਵਿਦੇਸਾਂ ਵਿੱਚ ਅਜਿਹਾ ਨਹੀਂ ਹੈ। ਵਿਦੇਸਾਂ ਦੇ ਵਿੱਚ ਸਿੱਖ ਬਹੁਤ ਦੂਰ ਰਹਿੰਦੇ ਨੇ ਗੁਰਦੁਆਰਾ ਸਾਹਿਬ ਜੀ ਤੋਂ। ਕਿਸੇ ਤੋਂ ਗੁਰਦੁਆਰਾ ਸਾਹਿਬ 100 ਕਿਲੋਮੀਟਰ ਹੈ, ਕਿਸੇ ਦਾ ਗੁਰਦੁਆਰਾ ਸਾਹਿਬ 200 ਕਿਲੋਮੀਟਰ ਹੈਗਾ। ਸੋ ਰੋਜ਼ਾਨਾ ਪੋਸੀਬਲ ਨਹੀਂ ਹੈ ਆਉਣਾ ਗੁਰਦੁਆਰਾ ਸਾਹਿਬ, ਗੁਰੂ ਸਾਹਿਬ ਦੇ ਦਰਸ਼ਨ ਕਰਨ। ਇਸ ਕਰਕੇ ਕਿ ਉਹ ਆਪਣੀ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ, ਤਾਂ ਕਿ ਅੱਗੇ ਹਿਦਾਇਤ ਦਿੱਤੀ ਹੋਈ ਹੈ ਕਿ ਅੰਨ ਜਲ ਛਕਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨੇ ਬਹੁਤ ਜ਼ਰੂਰੀ ਨੇ, ਪਾਠ ਕਰਨਾ ਬਹੁਤ ਜ਼ਰੂਰੀ ਹੈਗਾ। ਤੇ ਸਿੱਖ ਦੇ ਜੀਵਨ ਦਾ ਆਧਾਰ ਵੀ ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਤੇ ਦੂਜੀ ਗੱਲ, ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ। ਇਹ ਇਸ ਕਰਕੇ ਦੱਸਿਆ ਗਿਆ ਹੈ ਇੱਥੇ ਕਿ ਵੀ ਚਾਹੀਦਾ ਤਾਂ ਇਹ ਹੈ ਕਿ ਆਪਣੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਏ। ਸੋ ਇਹਦਾ ਐੜਾ ਪੁਆਇੰਟ ਹੈਗਾ ਕਿ ਹਰ ਇੱਕ ਸਿੱਖ ਸਿੱਖਣੀ, ਬੱਚੀ ਨੂੰ ਗੁਰਮੁਖੀ ਪੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਸਿੱਖਣਾ ਚਾਹੀਏ। ਇਹ ਵੀ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ, ਔਰ ਤੁਸੀਂ ਇਹ ਪਾਠ ਜਿਹੜਾ ਹੈਗਾ ਉਹ ਸੈਂਚੀਆਂ ਦੇ ਰਾਹੀਂ ਵੀ ਕਰ ਸਕਦੇ ਹੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2 ਭਾਗਾਂ ਦੇ ਵਿੱਚ ਸੈਂਚੀਆਂ ਤਿਆਰ ਕੀਤੀਆਂ ਨੇ, ਜਿਨ੍ਹਾਂ ਨੂੰ ਸੰਥਿਆ ਸੈਂਚੀਆਂ ਕਿਹਾ ਜਾਂਦਾ ਹੈ। ਉਹਨਾਂ ਤੋਂ ਤੁਸੀਂ ਸਹਿਜ ਪਾਠ ਸਾਹਿਬ
कर सकते हो, पर रखना वो अगे चल के भी गल आएगी, रखना श्री गुरु ग्रंथ साहिब जी तो, आरंभता श्री गुरु ग्रंथ साहिब तो करनी है। फिर तुसी सैंचियां तो पाठ कर सकते हो, पहला सैंचियां तो पाठ करोगे, फिर शब्दार्थ तो पाठ करोगे, फिर प्रोफैसर साहिब सिंह जी के टीके तो पाठ करोगे। हौली हौली तुहानू अर्थां का भी पता लगेगा कि बाणी की कहती है। ये देखो लिखिया गुरमुखी विद्या पढ़ के, आप पढ़ के, क्योंकि लगा मात्रा का भी ध्यान होना बहुत जरूरी है। श्री गुरु ग्रंथ साहिब जी बाणी में जो असीं पढ़ते हाँ तो कुछ मात्रावां अर्थात्मक ने, जिवें औंकड़ ते सिहारी जो उच्चारण नहीं हुंदियां, कुछ मात्रावां उच्चारणात्मक ने। ते जदों असीं किसी ट्रेंड बंदे कोलों असीं संथਿਆ नहीं लवांगे, फिर पाठ असीं शुद्ध नहीं कर सकते। इस करके अजकल तो बहुत सारे उपराले हो रहे हैं, बड़े सारे जिहड़ा इहो जे इंस्टीट्यूट ने जिहड़े कि ऑनलाइन भी गुरमत पढ़ाउण दा कारज कर रहे हैं। सो उत्थे पहला गुरमुखी की ट्रेनिंग लई जाए, गुरमुखी विद्या पढ़ी जाए। मैं रहतनामे का हवाला दें भाई देसा सिंह जी का। भाई देसा सिंह ने लिखा कि गुरमुखी अखर जे हैं भाई, सिंह सिंह ते सीखें जाई। ਜਿਹੜੇ गुरमुखी अखर ने ना, ये सिंह सिंह कोलों सीख लवे। और ये सिखाउण दा महत्व पता किन्ना, जैसे सत मंदर कंचन के उसार दीने, तैसा पुन एक गुरसिखो शब्द सिखाएगा। सो अज मैं तुहाडे चढ़दी कला सेवा ट्रस्ट के राही संगतां जिहड़ियां वीडियो सुनदी है उन्होंने बेनती भी करांगा कि इहो जे शख्सियतां तुहानूं कौम दे विच मिलणगीਆਂ ਜਿਹੜੀਆਂ कि अपने समय का दसवंध कढदियां ते ਉਹ ਜਿਹੜਾ है वो लोगों नूं ਜਿਹੜੇ ਚਾਹਵਾਨ ने उन्हां नूं पंजाबी ते गुरमुखी पढ़ाउण दे वास्ते समा कढ रहे। पहला वीर अमरजीत सिंह जी सीगे जो कि दिल्ली के हर घर विच जाके पंजाबी पढ़ाउंदे सीगे। उन्हां तो बाद प्रेरणा मिली चढ़दी कला सेवा ट्रस्ट नूं ते चढ़दी कला सेवा ट्रस्ट के वीर जिहड़े ने वो ऑनलाइन पंजाबी पढ़ा रहे हैं। मेरे ख्याल च कि पिछले 2-3 सालों तो हज़ारां बच्चा पढ़ गया है ऑनलाइन। सो इस तरह दिल्ली सिख गुरुद्वारा प्रबंधक कमेटी है, दिल्ली सिख गुरुद्वारा प्रबंधक कमेटी हर साल गुरु अंगद साहिब जी के प्रकाश पुरब नूं गुरमुखी दिवस वजों मनाउंदी हैगी है। ते उत्थे एक दिन विच भी ਜਿਹੜੇ प्रचारक वीर ने वो एक दिन विच ही कईयां नूं पंजाबी सिखा दिंदे। सो इस तरह हुण भी दिल्ली सिख गुरुद्वारा प्रबंधक कमेटी वालों गाहे बगाहे ऑनलाइन जिहड़ा है वो पंजाबी सिखाउण दा, गुरमुखी सिखाउण दा कारज चल रहा है। इन्हां सारियां संस्थावां दा महत्व की है, मकसद की है, इक्को ही है कि गुरु नानक नाम लेवा गुरसिख दे घर कोई बच्चा अजिहा ना रवे जिन्हों पंजाबी नाम दी। एक टीचा मिथ के चलो, जिवें कि चढ़दी कला सेवा ट्रस्ट ने एक टीचा मिथ लिया, अपनी जिहड़ा है वो एक सोच बना के चले कि भाई असी जिहड़ा है वो घर घर विच पंजाबी का प्रचार करना है, गुरमुखी का प्रचार करना है। तो पंजाबी हैल्पलाइन साइडां बना दित्तियां गईयां ते फ्री रन पंजाबी टीम बना दी गई जिन्हां टीचरां का काम ही सिर्फ पंजाबी पढ़ाना होएगा। उस तो बाद संथਿਆ गुरबाणी वाले टीचर तैयार कर दिते गए, संथਿਆ वाले टीचर गुर इतिहास वाले। सो ये जिहड़े कारज ने ये या रहत मर्यादा का जिहड़ा हुण असीं पेपर लैण जा रहे हैं। सो ये की है कि संगत नूं जागरूक करना कि गुरु पातशाह साडे वास्ते किन्ना वड्डा खजाना छड्ड के गए ते असीं उस खजाने नूं पढ़ीए। सो इत्थे बिल्कुल साफ लिखिया होया है कि हर एक सिख नूं सहज पाठ अपना करना चाहिए, अपनी संतान कोलों भी कराना चाहिए। की हुंदे ने 20 मिनट, एक कथा विच मैं बेनती की है भी 20 मिनट की हुंदे ने, कुछ भी नहीं है 20 मिनट। अज के मोबाइल के दौर में जदों बंदा 2-2 घंटे 3-3 घंटे व्हाट्सएप ते फेसबुक चलाता है, कि असीं 20 मिनट अपने गुरु नूं नहीं दे सकते? जिस गुरु ने साडे वास्ते सब कुछ कीता है उस गुरु की बाणी नूं असीं 20 मिनट नहीं दे सकते। जे 20 मिनट असीं रोजाना देंगे तो चेते रखो साल विच आराम नाल असीं साधारण पाठ ते सहज पाठ साहब असीं कर सकते हैं। तो अगे ईडी पॉइंट है कि हर एक सिख अमृत वेले प्रसाद छकण तो पहला श्री गुरु ग्रंथ साहिब जी का हुक्म लवे। हुण देखो ये हिदायत है और मैनू पता नहीं भी
ਕਿੰਨਿਆਂ ਨੇ ਪੜ੍ਹੀ ਹੋਣੀ ਹੈ? ਬਹੁਤ ਘੱਟ ਲੋਕਾਂ ਨੂੰ ਪਤਾ ਹੈ ਵੀ ਕੁਝ ਨਾ ਕੁਝ ਖਾਣ ਤੋਂ ਪਹਿਲਾਂ, ਪ੍ਰਸਾਦ ਛਕਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲਵੇ, ਵਾਕ ਲਵੇ। ਹਾਂ, ਇੰਨੀ ਛੂਟ ਜ਼ਰੂਰ ਦਿੱਤੀ ਹੈ, ਜੇ ਇਸ ਵਿੱਚ ਕੋਈ ਉਕਾਈ ਹੋ ਜਾਵੇ ਤਾਂ ਦਿਨ ਵਿੱਚ ਕਿਸੇ ਨਾ ਕਿਸੇ ਵੇਲੇ ਜ਼ਰੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇ ਜਾਂ ਸੁਣੇ। ਕਿਤੇ ਸਫ਼ਰ ਵਿੱਚ ਆ, ਔਕੜ ਵਿੱਚ ਹਾਂ, ਟ੍ਰੇਨ ਵਿੱਚ ਆ, ਨਹੀਂ ਅਸੀਂ ਉਸ ਦਿਨ ਦਰਸ਼ਨ ਕਰ ਸਕਦੇ, ਤਾਂ ਕਿਸੇ ਵੇਲੇ ਹੋਰ ਅਸੀਂ ਆਪਣੀ ਮੰਜ਼ਿਲ ਤੇ ਪੁੱਜ ਕੇ ਜਿਹੜਾ ਕਰ ਸਕਦੇ ਹੈਗੇ ਆ। ਸਫ਼ਰ ਆਦ ਔਕੜ ਵੇਲੇ ਦਰਸ਼ਨ ਕਰਨ ਤੋਂ ਅਸਮਰਥ ਹੋਵੇ ਤਾਂ ਸ਼ੰਕਾ ਨਹੀਂ ਕਰਨੀ, ਵਹਿਮ ਭਰਮ ਕੁਝ ਨਹੀਂ ਹੁੰਦਾ। ਪਰ ਇਹ ਤੇ ਹੈ ਨਾ ਕਿ ਬਾਣੀ ਕਹਿੰਦੀ ਹੈ, ਨਾਮ ਬਿਨਾ ਜੋ ਪੈਰੈ ਖਾਏ, ਜੋ ਕੂਕਰ ਜੂਠਨ ਮੈਂ ਪਾਏ। ਇਹ ਨਾਮ ਜਪਣਾ ਚਾਹੀਦਾ ਹੈਗਾ, ਬਾਣੀ ਪੜ੍ਹਨੀ ਚਾਹੀਦੀ ਹੈ। ਅੱਜ ਦੇ ਪਾਤਸ਼ਾਹ ਨੇ ਮੇਰੇ ਵਾਸਤੇ ਕੀ ਹੁਕਮ ਜਾਰੀ ਕੀਤਾ ਹੈ, ਉਹ ਹੁਕਮ ਸਾਨੂੰ ਲੈਣਾ ਚਾਹੀਦਾ ਹੈਗਾ। ਸੋ ਇਹ ਬਿਲਕੁਲ ਸਾਫ਼ ਲਿਖਿਆ ਹੋਇਆ ਹੈਗਾ। ਇਸ ਕਰਕੇ ਮੈਂ ਅੱਜ ਤੁਹਾਡੇ ਚੈਨਲ ਰਾਹੀਂ ਸੰਗਤਾਂ ਨੂੰ ਬੇਨਤੀ ਕਰਾਂਗਾ, ਜਿਨ੍ਹਾਂ ਨੂੰ ਨਹੀਂ ਸੀ ਪਤਾ ਇਸ ਰਹਿਤ ਦਾ, ਉਹ ਧਿਆਨ ਦੇਣ ਕਿ ਕੁਝ ਵੀ ਖਾਣ ਤੋਂ ਪਹਿਲਾਂ ਪਾਠ ਕਰਨਾ ਬਹੁਤ ਜ਼ਰੂਰੀ ਹੈਗਾ, ਹੁਕਮ ਲੈਣਾ ਬਹੁਤ ਜ਼ਰੂਰੀ ਹੈ। ਅੱਗੇ ਸੱਸਾ ਹੈ, ਚੰਗਾ ਤਾਂ ਇਹ ਹੈ ਕਿ ਇੱਕ ਸਿੱਖ ਆਪਣਾ ਸਾਧਾਰਨ ਪਾਠ ਜਾਰੀ ਰੱਖੇ ਤੇ ਮਹੀਨੇ 2 ਮਹੀਨੇ ਜਾਂ ਜਿਤਨੇ ਸਮੇਂ ਵਿੱਚ ਹੋ ਸਕੇ ਭੋਗ ਪਾਇਆ ਜਾਏ। ਵੇਖੋ ਕਿ ਕੋਈ ਕੰਡੀਸ਼ਨ ਨਹੀਂ ਹੈ ਕਿ ਹਫ਼ਤੇ ਬਾਅਦ, 10 ਦਿਨ ਬਾਅਦ, 15 ਦਿਨ ਬਾਅਦ। ਕਿੰਨੀ ਸੋਹਣੀ ਗੱਲ ਹੈ ਕਿ ਭਾਈ ਜਦੋਂ ਵੀ ਹੋਵੇ ਤੁਸੀਂ ਸਹਿਜ ਪਾਠ ਸਾਹਿਬ ਜੀ ਦਾ ਭੋਗ ਪਾ ਸਕਦੇ ਹੋ, ਸੰਪੂਰਨਤਾ ਕਰ ਸਕਦੇ ਹੋ। ਹੁਣ ਮੈਂ ਇੱਥੇ ਬੇਨਤੀ ਕਰਾਂਗਾ ਕਿ ਵੇਖੋ ਅੱਜ ਕੱਲ ਦੇ ਮਾਹੌਲ ਦੇ ਵਿੱਚ ਜਦੋਂ ਅਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਹਾਂ ਤੇ ਬੱਚੇ ਉਹ ਸਾਡੇ ਵੀ ਜਨਮ ਦਿਨ ਮਨਾਉਂਦੇ ਨੇ, ਸਾਨੂੰ ਆਪਣਾ ਜਨਮ ਦਿਨ ਭੁੱਲਿਆ ਹੁੰਦਾ ਹੈ ਤੇ ਬੱਚੇ ਚੇਤੇ ਕਰਾ ਦਿੰਦੇ, ਪਾਪਾ ਅੱਜ ਤੁਹਾਡਾ ਜਨਮ ਦਿਨ ਹੈ, ਮੰਮਾ ਅੱਜ ਤੁਹਾਡਾ ਜਨਮ ਦਿਨ ਹੈ, ਮੈਰਿਜ ਐਨਿਵਰਸਰੀ ਅੱਗੇ ਬੱਚੇ ਚੇਤੇ ਕਰਾਉਂਦੇ। ਕਈ ਵਾਰ ਸਾਨੂੰ ਭੁੱਲਿਆ ਹੁੰਦਾ, ਦਾਦੀ ਜੀ ਅੱਜ ਤੁਹਾਡਾ ਬਰਥਡੇ ਹੈਗਾ, ਸੋ ਮੁਬਾਰਕ ਹੈ। ਪਰ ਹੁਣ ਅਸੀਂ ਕਿਵੇਂ ਮਨਾਉਣਾ ਹੈ? ਕੋਸ਼ਿਸ਼ ਇਹ ਕਰੀਏ ਕਿ ਅਸੀਂ ਆਪਣੇ ਬੱਚਿਆਂ ਨੂੰ ਵੀ ਤੇ ਆਪ ਵੀ ਇਹ ਆਦਤ ਪਾਈਏ ਕਿ ਇੱਕ ਮਿੱਥ ਲਈਏ ਵੀ ਆਉਣ ਵਾਲੇ ਸਾਲ ਅਸੀਂ ਜਨਮ ਦਿਨ ਮਨਾਉਣਾ ਹੈ ਤਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜ ਕੇ ਇਸ ਜਨਮ ਦਿਨ ਤੋਂ ਸਹਿਜ ਪਾਠ ਰੱਖੋ, ਅਗਲੇ ਸਾਲ ਉਹਦੀ ਸੰਪੂਰਨਤਾ ਕਰ ਲਓ। ਬੜਾ ਸੁੱਖ ਹੈ। ਮੈਂ ਕਹਿੰਦਾ ਬੰਦਾ ਮਾਣ ਨਾਲ ਕਹੇਗਾ ਕਿ ਜਿਸ ਦਿਨ ਮੈਂ ਆਪਣਾ 70ਵਾਂ 80ਵਾਂ ਜਨਮ ਦਿਨ ਮਨਾਵਾਂਗਾ ਤੇ ਉਸ ਦਿਨ ਮੈਂ ਇੰਨੀ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਦਰਸ਼ਨ ਕਰ ਲਵਾਂਗੇ ਜਿੰਨੇ ਉਹਨੇ ਸਹਿਜ ਪਾਠ ਕੀਤੇ ਹੋਣਗੇ। ਸੋ ਕਿੱਡੀ ਵੱਡੀ ਗੱਲ ਹੈਗੀ ਹੈ। ਸੋ ਇਹ ਛੋਟੀਆਂ ਗੱਲਾਂ ਸਾਨੂੰ ਧਿਆਨ ਰੱਖਣੀਆਂ ਚਾਹੀਦੀਆਂ। ਅਸੀਂ ਜਨਮ ਦਿਨ ਤੇ ਪਾਰਟੀਆਂ ਕਰਕੇ, ਵੱਡੇ ਕਰਕੇ ਤੇ ਕੇਕ ਸੇ ਕੱਟ ਕੇ ਆਪਣੇ ਘਰ ਬਹਿ ਜਾਂਦੇ ਹਾਂ। ਪ੍ਰਾਪਤੀ ਕੀ ਹੈ? ਕੁਝ ਨਹੀਂ। ਅਸਲ 'ਚ ਜਨਮ ਦਿਨ ਸਾਨੂੰ ਸਿਖਾ ਕੀ ਰਿਹਾ? ਜਨਮ ਦਿਨ ਸਾਨੂੰ ਸਿਖਾਉਂਦਾ ਹੈ ਵੀ ਇਹ ਇਨਸਾਨ ਤੇਰੀ ਜ਼ਿੰਦਗੀ ਵਿੱਚੋਂ ਇੱਕ ਦਿਨ ਹੋਰ ਮਾਈਨਸ ਹੋ ਗਿਆ। ਜਨਨੀ ਜਾਨਤ ਸੁਤ ਵੱਡਾ ਹੋਤਾ ਹੈ, ਇਤਨਾ ਕੂ ਨਾ ਜਾਣੇ ਕਿ ਦਿਨ ਦਿਨ ਔਦ ਘਟਤ ਹੈ। ਤੇ ਬਾਣੀ ਸਾਨੂੰ ਕੀ ਸਿਖਾਉਂਦੀ ਹੈ? ਬਾਣੀ ਵੀ ਸਾਨੂੰ ਇਹੀ ਸਿਖਾ ਰਹੀ ਹੈ ਵੀ ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜੋ ਪਾਣੀ ਭਾਈ। ਇਹ ਉਮਰ ਬਤੀਤ ਹੁੰਦੀ ਚਲੀ ਜਾ ਰਹੀ ਹੈ, ਇਹ ਅਜਾਈ ਨਾ ਜਾਏ। ਇਸ ਨੂੰ ਬਾਣੀ ਦੇ ਲੜ ਲਾ, ਇਸ ਨੂੰ ਨਾਮ ਦੇ ਲੜ ਲਾ, ਬਾਣੀ ਪੜ੍ਹ ਕੇ ਆਪਣਾ ਜੀਵਨ ਸਵਾਰ ਲੈ। ਸਹਿਜ ਪਾਠ ਸਾਹਿਬ ਕਰਨ ਦੀ ਹਿਦਾਇਤ ਹੈ ਤੇ ਸਾਨੂੰ ਤੇ ਹੁਕਮ ਹੈਗਾ ਗੁਰੂ ਪੰਥ ਦਾ। ਸੋ ਗੁਰੂ ਪੰਥ ਦਾ ਹੁਕਮ ਮੰਨਣਾ ਚਾਹੀਦਾ ਹੈ। ਹਾਹਾ ਹੈ ਕਿ ਪਾਠ ਆਰੰਭ ਕਰਨ ਸਮੇਂ ਆਨੰਦ ਸਾਹਿਬ ਪਹਿਲੀਆਂ 5 ਪੌੜੀਆਂ, ਇਹ ਆਰੰਭਤਾ ਦੀ ਗੱਲ ਹੈ। ਪਾਠ ਆਰੰਭ ਕਰਨ ਸਮੇਂ ਆਨੰਦ ਸਾਹਿਬ ਪਹਿਲੀਆਂ 5 ਪੌੜੀਆਂ ਤੇ ਅੰਤਰਲੀ 1 ਪੌੜੀ ਦੇ ਪਾਠ ਮਗਰੋਂ ਅਰਦਾਸਾ ਕਰਕੇ ਹੁਕਮ ਲੈਣਾ ਚਾਹੀਏ, ਫਿਰ ਜਪ ਸਾਹਿਬ ਦਾ ਪਾਠ ਕਰਨਾ ਚਾਹੀਏ। ਠੀਕ ਹੈ। ਸੋ ਇਹ ਸਾਧਾਰਨ ਪਾਠ ਸਾਹਿਬ ਦੀ ਮਰਿਆਦਾ ਹੈ ਕਿ ਆਨੰਦ ਸਾਹਿਬ ਜੀ ਦੀਆਂ ਪਹਿਲੀਆਂ 5 ਪੌੜੀਆਂ, ਅੰਤਰਲੀ 1 ਪੌੜੀ ਕਰਨੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਅਰਦਾਸਾ ਸੋਧਣਾ ਚਾਹੀਦਾ ਹੈ ਯੋਗ ਸ਼ਬਦਾਂ ਵਿੱਚ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵਾਕ ਲਿਆ ਜਾਏ ਤੇ ਫਿਰ ਜਪਜੀ ਸਾਹਿਬ ਤੋਂ ਪਾਠ ਦੀ ਆਰੰਭਤਾ ਕਰ ਦੇਣੀ ਚਾਹੀਦੀ ਹੈ। ਇਹ ਸੀ ਸਹਿਜ ਪਾਠ ਸਾਹਿਬ ਜੀ ਦੇ ਆਰੰਭ ਕਰਨ ਦੀ ਗੱਲ। ਹੁਣ ਆਰੰਭਤਾ ਅਖੰਡ ਪਾਠ ਸਾਹਿਬ ਜੀ ਦੀ, ਫਿਰ ਅਸੀਂ ਸੰਪੂਰਨਤਾ ਵੱਲ ਆਵਾਂਗੇ। ਅਖੰਡ ਪਾਠ ਸਾਹਿਬ ਕਿਸੇ ਭੀੜ ਜਾਂ ਉਤਸ਼ਾਹ ਵੇਲੇ ਕੀਤਾ ਜਾਂਦਾ ਹੈ। ਇਹ ਪੁਆਇੰਟ ਹੈ ਕਿ ਆਮ ਹਾਲਤਾਂ ਵਿੱਚ ਨਹੀਂ, ਬਹੁਤ ਜ਼ਿਆਦਾ ਵੀ ਟਾਈਮ ਹੀ ਨਹੀਂ ਹੈਗਾ, ਸਮਾਂ ਹੀ ਨਹੀਂ ਹੈਗਾ
ਕਿਸੇ ਭੀੜ ਜਾਂ ਉਤਸ਼ਾਹ ਵੇਲੇ ਕੀਤਾ ਜਾਂਦਾ ਹੈ। ਇਹ ਤਕਰੀਬਨ 48 ਘੰਟੇ ਵਿੱਚ ਸੰਪੂਰਨ ਕੀਤਾ ਜਾਂਦਾ ਹੈ। 48 ਘੰਟੇ 3 ਦਿਨ ਦਾ ਸਮਾਂ। ਇਸ ਵਿੱਚ ਪਾਠ ਲਗਾਤਾਰ ਬਿਨਾਂ ਰੋਕਦੇ ਕੀਤਾ ਜਾਂਦਾ ਹੈ। ਪਾਠ ਸਾਫ਼ ਤੇ ਸ਼ੁੱਧ ਹੋਵੇ। ਇਹ ਨਹੀਂ ਹੈ ਕਿ ਲਗਾਤਾਰ ਕਰਨਾ ਹੈ ਤੇ 48 ਘੰਟੇ 'ਚ ਕਰਨਾ ਹੀ ਪੂਰਾ, 49ਵਾਂ ਘੰਟਾ ਨਹੀਂ ਲੱਗਣਾ ਚਾਹੀਦਾ ਜਾਂ 50 ਘੰਟੇ ਨਹੀਂ ਲੱਗਣੇ ਚਾਹੀਦੇ। ਨਹੀਂ, ਇਸ ਤਰ੍ਹਾਂ ਨਹੀਂ ਹੈ। ਭਾਵ ਕਿ ਪਾਠ ਇਸ ਤਰ੍ਹਾਂ ਕਰਨਾ ਹੈ ਕਿ ਸਾਹਮਣੇ ਬੈਠੀ ਸੰਗਤ ਨੂੰ ਸਮਝ ਆ ਜਾਏ। ਇਹ ਨਹੀਂ ਹੈ ਕਿ ਇੰਨਾ ਫਾਸਟ ਕਰੋ ਕਿ ਕਿਸੇ ਨੂੰ ਸਮਝ ਹੀ ਨਾ ਆਵੇ। ਵੈਸੇ ਹੀ ਜੇਕਰ ਇੱਕ ਪਾਠੀ ਸਿੰਘ ਜਾਂ ਇੱਕ ਵਿਅਕਤੀ 2 ਘੰਟੇ ਵਿੱਚ 60 ਅੰਕ ਕਰਦਾ ਹੈਗਾ ਤਾਂ 60 ਅੰਕ ਦੀ ਸਪੀਡ ਨਾਲ ਬੜੇ ਆਰਾਮ ਨਾਲ, ਪਿਆਰ ਨਾਲ ਸਾਹਮਣੇ ਬੈਠੇ ਵਾਲੇ ਨੂੰ ਸਮਝ ਆਉਂਦਾ ਹੈ ਤੇ ਆਪ ਜਿਹੜਾ ਪਾਠ ਕਰੇ ਉਹਨੂੰ ਵੀ ਸਮਝ ਆਉਂਦਾ। ਜੇ 60 ਅੰਕ ਤੋਂ ਵੱਧ ਕੋਈ ਕਰਦਾ ਹੈ ਫਿਰ ਉਹ ਪਾਠ ਸਮਝ ਨਹੀਂ ਆਉਂਦਾ ਹੈਗਾ। ਸੋ ਇਸ ਕਰਕੇ ਪਾਠ ਸਾਫ਼ ਤੇ ਸ਼ੁੱਧ ਹੋਵੇ। ਇਸ ਵਿੱਚ ਪਾਠ ਲਗਾਤਾਰ ਬਿਨਾਂ ਰੋਕਦੇ ਕੀਤਾ ਜਾਂਦਾ ਹੈ, ਪਰ ਪਾਠ ਸਾਫ਼ ਤੇ ਸ਼ੁੱਧ ਹੋਵੇ। ਬਹੁਤ ਤੇਜ਼ ਪੜ੍ਹਨਾ ਜਿਸ ਤੋਂ ਸੁਣਨ ਵਾਲਾ ਕੁਝ ਨਾ ਸਮਝ ਸਕੇ ਗੁਰਬਾਣੀ ਦੀ ਨਿਰਾਦਰੀ ਹੈ। ਅੱਖਰਾਂ ਮਾਤਰ ਦਾ ਧਿਆਨ ਰੱਖ ਕੇ ਪਾਠ ਸ਼ੁੱਧ ਤੇ ਸਾਫ਼ ਕਰਨਾ ਚਾਹੀਦਾ ਹੈ, ਭਾਵੇਂ ਸਮਾਂ ਕੁਝ ਵਧੇਕ ਲੱਗ ਜਾਏ। ਲਓ ਜੀ, ਹੁਣ ਇਹਦੇ ਸਾਫ਼ ਗੱਲ ਆ ਗਈ ਵੀ 48 ਘੰਟੇ ਤੋਂ ਵੀ ਸਮਾਂ ਲੱਗ ਜਾਏ, ਵੱਧ 50 ਲੱਗ ਜਾਣ, 2 ਘੰਟੇ ਵਾਧੂ ਲੱਗ ਜਾਣ ਤਾਂ ਵੀ ਕੋਈ ਗੱਲ ਨਹੀਂ। ਪਰ ਪਾਠ ਦਾ ਮਹੱਤਵ ਹੈ ਕਿ ਜੇ ਮਨੋਰਥ ਹੈ ਗੁਰਬਾਣੀ ਨੂੰ ਸੁਣਨਾ ਤੇ ਆਨੰਦ ਪ੍ਰਾਪਤ ਕਰਨਾ, ਠੀਕ ਹੈ। ਤੇ ਜੇ ਇੰਨੀ ਕਾਲ ਕਰੀਏ ਵਿੱਚੋਂ ਆਨੰਦ ਹੀ ਨਾ ਆਵੇ ਫਿਰ ਕੋਈ ਗੱਲ ਨਹੀਂ। ਫਿਰ ਤੇ ਜਿਹੜਾ ਹੈ ਇਹ ਤੇ ਇਸ ਤਰ੍ਹਾਂ ਕਿਆ ਪੜੀ ਹੈ ਕਿਆ ਗੁਨੀ ਹੈ, ਕਿਆ वेद पुराना सुनी है, पढ़े सुने है क्या होए जो सहज सोई। भी आनंद आना चाहिए पाठ पढ़ के, सहज मिलना चाहिए हैगा। इस करके बड़ा विचार के पाठ करना चाहिए हैगा। सो अगे हैगा कि अखंड पाठ जिस परिवार या संगत ने करना है, देखो किन्ने वधिया पॉइंट लिखे ने। ਇਹ ਅਖੰਡ ਪਾਠ ਸਾਹਿਬ ਜਿਸ ਪਰਿਵਾਰ ਨੇ ਜਾਂ ਸੰਗਤ ਨੇ ਕਰਨਾ ਉਹ ਆਪ ਕਰੇ। ਬਿਲਕੁਲ ਸਾਫ਼ ਲਿਖਿਆ ਵੀ ਉਹ ਆਪ ਕਰੇ। ਅਖੰਡ ਪਾਠ ਸਾਹਿਬ ਟੱਬਰ ਦੇ ਕਿਸੇ ਆਦਮੀ, ਸਾਕ ਸੰਬੰਧੀ, ਮਿੱਤਰ ਆਦ ਮਿਲ ਕੇ ਕਰਨ। ਇਹ ਪਹਿਲਾਂ ਪੁਰਾਤਨ ਰੀਤ ਸੀਗੀ ਕਿ ਸਾਰੇ ਮਹੱਲੇ ਵਾਲੇ ਇਕੱਠੇ ਹੋ ਕੇ ਸਾਰੇ ਵਾਰੋ ਵਾਰੀ ਪਾਠ ਕਰਦੇ ਸੀ। ਉਹਨਾਂ ਬਜ਼ੁਰਗਾਂ ਨੂੰ ਪਾਠ ਆਉਂਦਾ ਸੀ। ਅੱਜ ਦੇ ਬੱਚੇ ਤੇ ਨੇੜੇ ਨਹੀਂ ਲੱਗਦੇ ਹੈਗੇ। ਸੋ ਉਹ ਗੁਰਮੁਖੀ ਸਿੱਖਿਆ ਤੋਂ ਵਾਂਝੇ ਰਹਿਣ ਦਾ ਕਾਰਨ ਹੈ। ਪਹਿਲਾਂ ਸਾਰੇ ਬਜ਼ੁਰਗ ਆਪਣੇ ਬੱਚਿਆਂ ਨੂੰ ਗੁਰਮੁਖੀ ਸਿੱਖਿਆ ਜ਼ਰੂਰ ਦ੍ਰਿੜ ਕਰਾਉਂਦੇ ਸੀ। ਸੋ ਟੱਬਰ ਦੇ ਸਾਰੇ ਜੀ ਰਲ ਕੇ ਕਰ। ਪਾਠੀਆਂ ਦੀ ਗਿਣਤੀ ਮੁਕਰਰ ਨਹੀਂ ਹੈ। ਇਹ ਨਹੀਂ ਹੈ ਵੀ 5 ਪਾਠੀ ਕਰਨਗੇ ਜਾਂ 6 ਕਰਨਗੇ, ਨਹੀਂ, 7 8 10 ਜੀ ਵੀ ਕਰ ਸਕਦੇ ਹੈਗੇ, ਕੋਈ ਮੁਕਰਰ ਨਹੀਂ ਹੈ। ਜੇ ਕੋਈ ਆਦਮੀ ਆਪ ਪਾਠ ਨਹੀਂ ਕਰ ਸਕਦਾ ਤਾਂ ਕਿਸੇ ਚੰਗੇ ਪਾਠੀ ਕੋਲੋਂ ਸੁਣ ਲਵੇ। ਇਹ ਗੱਲ ਹੈ ਵੀ ਚਲੋ ਜੇ ਕਿਸੇ ਨੂੰ ਨਹੀਂ ਆਉਂਦਾ ਫਿਰ ਚੰਗੇ ਪਾਠੀ ਕੋਲੋਂ ਸੁਣਨਾ ਹੈ, ਪਾਠ ਕਰਾਉਣਾ ਨਹੀਂ ਹੈ ਵੀ ਉਹ ਕਰ ਰਿਹਾ ਉੱਥੇ ਤੇ ਅਸੀਂ ਸੁਣ ਹੀ ਨਹੀਂ ਰਹੇ, ਇਕੱਲਾ ਬੈਠਾ ਹੋਇਆ। ਨਹੀਂ, ਕੋਲ ਬਹਿ ਕੇ ਸੁਣਨਾ ਹੈਗਾ। ਪਰ ਇਹ ਨਾ ਹੋਵੇ ਕਿ ਪਾਠੀ ਆਪੇ ਇਕੱਲਾ ਬਹਿ ਕੇ ਪਾਠ ਕਰਦਾ ਰਹੇ ਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ। ਪਾਠੀ ਦੀ ਯਥਾ ਸ਼ਕਤ ਭੋਜਨ, ਵਸਤਰ ਆਦ ਨਾਲ ਯੋਗ ਸੇਵਾ ਕੀਤੀ ਜਾਵੇ। ਸੋ ਯੋਗ ਸੇਵਾ ਕੀਤੀ ਹੈ ਤੇ ਬਿਲਕੁਲ ਸਾਫ਼ ਲਿਖਿਆ ਹੋਇਆ ਹੈ। ਹੁੰਦਾ ਕੀ ਹੈ, ਸਾਡੇ ਹੁਣ ਕੀ ਹੋ ਚੁੱਲਿਆ ਕਿ ਅਸੀਂ ਕਹਿ ਦਿੰਦੇ ਹਾਂ ਜੀ ਭਾਈ ਸਾਹਿਬ ਜੀ ਮੇਰਾ ਪਾਠ ਰੱਖ ਦਿਓ ਫੋਨ ਤੇ ਹੀ ਵਾਕ ਸੁਣ ਲੈਂਦੇ ਹੈਗੇ ਆ। ਫੋਨ ਤੇ ਇਸ ਫੋਟੋ ਖਿੱਚ ਕੇ ਪ੍ਰਸ਼ਾਦ ਦੀ ਤੇ ਜੀ ਚਲੋ ਜੀ ਪਾਠ ਰੱਖਿਆ ਗਿਆ ਹੈ। ਅਸੀਂ ਮਾਇਆ ਜਿਹੜੀ ਆ ਉਹ ਟ੍ਰਾਂਸਫਰ ਕਰ ਦਿੱਤੀ ਤੇ ਜਾਂ ਉਹਨਾਂ ਨੇ ਵੀ ਰਸੀਦ ਕੱਟ ਕੇ ਤੇ ਤੁਹਾਡੇ ਹੁਕਮਨਾਮਾ ਲਿਖ ਕੇ ਤੇ ਤੁਹਾਨੂੰ ਫੋਟੋ ਭੇਜ ਦਿੱਤੀ ਹੈਗੀ ਹੈ। ਇਹਦਾ ਮਹੱਤਵ ਨਹੀਂ ਹੋਇਆ ਜਦੋਂ ਤੁਸੀਂ ਪਾਠ ਸੁਣਿਆ ਹੀ ਨਹੀਂ ਹੈ। ਸੋ ਇਹ ਸਾਨੂੰ ਪਾਠ ਸੁਣਨਾ ਚਾਹੀਦਾ ਹੈਗਾ। ਇਸ ਤਰ੍ਹਾਂ ਤੇ ਇਹ ਤੇ ਜਿਹੜਾ ਹੈਗਾ ਜੇ ਭੋਜਨ ਬਾਣੀ ਵਿੱਚ ਲਿਖਿਆ ਪੇਖੇ ਬਿੰਜਨ ਪਰਸਨਹਾਰੋ, ਜੇ ਭੋਜਨ ਕੀਨੋ ਤੇ ਤ੍ਰਿਪਤਾਰੋ। ਇਹ ਭੋਜਨ ਨੂੰ ਵੇਖ ਕੇ ਭੁੱਖ ਜਾਏਗੀ ਕਿ ਭੋਜਨ ਖਾ ਕੇ ਭੁੱਖ ਜਾਏਗੀ, ਤ੍ਰਿਪਤੀ ਹੋਏਗੀ। ਜੇ ਭੋਜਨ ਨੂੰ ਅਸੀਂ ਵੇਖਦੇ ਹੀ ਰਹੀਏ, ਉੱਥੋਂ ਫੋਟੋ ਖਿੱਚ ਕੇ ਭੇਜ ਦਿੱਤੀ ਤੇ ਇੱਥੋਂ ਅਸੀਂ ਵੇਖ ਲਈ ਕਿ ਤ੍ਰਿਪਤ ਹੋ ਜਾਾਂਗੇ, ਨਹੀਂ, ਭੋਜਨ ਛਕਣਾ ਪਏਗਾ। ਸੋ ਇਹ ਬੜੀਆਂ ਜ਼ਰੂਰੀ ਗੱਲਾਂ ਨੇ ਜਿਹੜੀਆਂ ਕਿ ਸਾਨੂੰ ਬਾਣੀ ਵਿੱਚ ਲਿਖੀਆਂ ਕਿ ਬਿਨ ਖਾਏ ਬੂਝੈ ਨਹੀਂ ਭੂਖ। ਬਿਨਾਂ ਖਾਧੇ ਭੁੱਖ ਕਿਵੇਂ ਬੁੱਝ ਜਾਏਗੀ। ਸੋ ਇਹਨਾਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ।
ਅੱਗੇ ਹੈ ਜੀ ਈਡੀ ਪੁਆਇੰਟ, ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਰੀਅਲ ਆਦਿ ਰੱਖਣਾ ਜਾਂ ਨਾਲ ਜਾਂ ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਇਹ ਮਨਮਤ ਹੈ। ਇਹ ਹੁਣ ਤਾਂ ਦੇਖੋ ਸ਼ਹਿਰਾਂ ਵਿੱਚ ਤਾਂ ਘਟ ਗਿਆ ਹੈਗਾ। ਬਹੁਤ ਸਾਰੇ ਗ੍ਰੰਥੀ ਬੜੇ ਸੂਝਵਾਨ ਪ੍ਰਚਾਰਕ ਔਰ ਵਿਦਿਆ ਪ੍ਰਾਪਤ ਕਰਕੇ ਕਾਲਜਾਂ ਤੋਂ, ਯੂਨੀਵਰਸਿਟੀਆਂ ਤੋਂ ਤੇ ਰਹਿਤ ਮਰਿਆਦਾ ਨੂੰ ਪੜ੍ਹ ਕੇ ਉਹਨਾਂ ਨੇ ਸੁਧਾਰ ਕਰ ਦਿੱਤਾ ਕਾਫੀ। ਪਰ ਪਿੰਡਾਂ ਵਿੱਚ ਹਜੇ ਵੀ ਕਿਤੇ ਕਿਤੇ ਲੋਕ ਹੈਗਾ ਤੇ ਉਹ ਲੋਕ ਭੋਲੇ ਭਾਲੇ, ਉਹ ਇਹੋ ਜਿਹੇ ਲੋਕਾਂ ਦੇ ਵੱਸ ਪੈ ਜਾਂਦੇ ਨੇ ਕਿ ਜਿਨ੍ਹਾਂ ਦਾ ਕੰਮ ਸਿਰਫ ਠੱਗ ਵਿਦਿਆ ਹੈਗਾ, ਠੱਗਣਾ ਹੈਗਾ। ਸਾਡੇ ਧਰਮ ਵਿੱਚ ਕੋਈ ਕੁੰਭ ਦੀ ਪੂਜਾ ਨਹੀਂ ਹੈ, ਕੋਈ ਜੋਤ ਦੀ ਪੂਜਾ ਨਹੀਂ, ਕੋਈ ਨਾਰੀਅਲ ਦੀ ਪੂਜਾ ਨਹੀਂ ਹੈ। ਇਹ ਰਹਿਤ ਮਰਿਆਦਾ ਕਿਸੇ ਇੱਕ ਵਿਅਕਤੀ ਨੇ ਤਾਂ ਬਣਾਈ ਨਹੀਂ ਹੈ। ਪਿੱਛੇ ਆਪਾਂ ਸਾਰਾ ਵਿਚਾਰ ਆਏ ਹਾਂ ਕਿ ਕਿੰਨੇ ਕਿੰਨੇ ਮਹਾਂਪੁਰਸ਼ਾਂ ਨੇ ਇਕੱਠੇ ਹੋ ਕੇ ਰਹਿਤ ਮਰਿਆਦਾ ਬਣਾਈ ਹੈਗੀ ਅਕਾਲ ਤਖਤ ਸਾਹਿਬ ਜੀ ਤੋਂ। ਸੋ ਇਹ ਕਿਹਦੀ ਪੂਜਾ ਹੈ, ਇਹਦੀ ਡਿਟੇਲ ਮੈਂ ਆਪ ਜੀ ਨੂੰ ਦੱਸ ਦਿਆਂ ਕਿ ਇਹਦੇ ਬਾਰੇ ਜਿਹੜਾ ਲਿਖਿਆ ਮਿਲਦਾ ਹੈਗਾ, ਵਿਦਵਾਨ ਸੱਜਣ ਕਹਿੰਦੇ ਨੇ ਕਿ ਜਿਉਂ ਹੀ ਅਸੀਂ ਪਾਠ ਕਰਨ ਦੇ ਗੁਰਮਤੀ ਮੰਤਵ ਨੂੰ ਨਜ਼ਰ ਅੰਦਾਜ਼ ਕਰਦੇ ਹਾਂ, ਸਾਡੇ ਮਨਾਂ ਉੱਪਰ ਵਿਪਰਵਾਦ ਦਾ ਪ੍ਰਭਾਵ ਹਾਵੀ ਹੋ ਜਾਂਦਾ ਹੈ। ਭਾਰੀ ਸ਼ੋਕ ਵਾਲੀ ਗੱਲ ਇਹ ਹੈ ਕਿ ਇਹ ਪ੍ਰਭਾਵ ਪੈਦਾ ਕਰਨ ਵਾਲੇ ਓਪਰੇ ਨਹੀਂ, ਸਗੋਂ ਸਾਡੇ ਆਪਣੇ ਕੁਝ ਧਾਰਮਿਕ ਆਗੂ ਹੁੰਦੇ ਨੇ। ਅਜਿਹਾ ਕਿਸੇ ਦੇਵੀ ਮੰਦਿਰ ਵਿੱਚ ਨਹੀਂ, ਸਗੋਂ ਗੁਰਦੁਆਰੇ ਵਿੱਚ ਕੀਤਾ ਜਾਂਦਾ ਹੈ। ਜਦੋਂ ਕੋਈ ਬੰਦਾ ਜਾਂਦਾ ਹੈ ਨਾ ਪੁੱਛਣ, ਭਾਈ ਸਾਹਿਬ ਜੀ ਪਾਠ ਰੱਖਣਾ ਸੀ, ਕਿਹੜੀ ਕਿਹੜੀ ਸਮੱਗਰੀ ਚਾਹੀਦੀ ਹੈ, ਤੇ ਉੱਥੇ ਕੋਈ ਹੁਣ ਭਾਈ ਸਾਹਿਬ ਕਹਿਣ ਜੀ ਨਾਰੀਅਲ ਲਿਆਇਓ ਜੀ, ਜੋਤ ਲਿਆਇਓ ਜੀ, ਤੇ ਜੋਤ ਦੇ ਵਿੱਚ ਘਿਓ ਪਏਗਾ ਉਹ ਵੀ ਲਿਆਇਓ ਜੀ, ਇੱਕ ਲਾਲ ਰੰਗ ਦਾ ਕੱਪੜਾ ਲਿਆਇਓ ਜੀ। ਇਹ ਕੌਣ ਦੱਸ ਰਿਹਾ? ਸਾਡੇ ਧਰਮ ਦਾ ਪੁਜਾਰੀ ਦੱਸ ਰਿਹਾ ਨਾ। ਸੋ ਫਿਰ ਇੰਨੇ ਕਿਲੋ ਬਦਾਮ ਲਿਆਇਓ ਜੀ, ਇੰਨਾ ਕੁਝ ਇਕੱਠਾ ਕਰਕੇ ਸਮੱਗਰੀ ਸਾਰੀ ਲਿਖਾ ਦਿੰਦੇ ਹੈ। ਪਰ ਇਹਦੀ ਲੋੜ ਹੀ ਨਹੀਂ ਹੈ। ਪਿੱਛੇ ਜੋ ਸਮੱਗਰੀ ਚਾਹੀਦੀ ਹੈ ਉਹ ਤੁਸੀਂ ਵੇਖ ਹੀ ਲਿਆ ਹੈਗਾ ਕਿ ਸਹਿਜ ਪਾਠ ਸਾਹਿਬ ਵਾਸਤੇ ਕੜਾ ਪ੍ਰਸਾਦ ਦੀ ਦੇਗ ਚਾਹੀਦੀ, ਕੁਝ ਵੀ ਨਹੀਂ ਚਾਹੀਦਾ। ਸੋ ਇੱਥੇ ਗੁਰੂ ਪਾਤਸ਼ਾਹ ਦੀ ਕਿਰਪਾ ਸਦਕਾ ਸਾਡੇ ਵੱਡੇ ਵਡੇਰੇ ਜਿਹੜੇ ਸੀ, ਜੋ ਬਹੁਤ ਸਾਰੇ ਲੋਕ ਹਿੰਦੂਆਂ ਤੋਂ ਸਿੱਖ ਬਣ ਗਏ, ਪਰ ਕੁਝ ਆਪਣੀ ਮਾਨਸਿਕਤਾ ਵਿੱਚੋਂ ਵਿਪਰਵਾਦ ਨਹੀਂ ਕੱਢ ਸਕੇ। ਕੁਝ ਨੇ ਬਿਲਕੁਲ ਹੀ ਤਿਆਗ ਦਿੱਤਾ, ਔਰ ਕੁਝ ਲੋਕ ਹਜੇ ਤੱਕ ਉਸੇ ਬ੍ਰਾਹਮਣਵਾਦ ਵਿੱਚ ਫਸੇ ਰਹੇ। ਮੰਦਿਰ ਦੀ ਥਾਂ ਗੁਰਦੁਆਰੇ ਆਉਣ ਲੱਗ ਪਏ, ਮੂਰਤੀ ਦੀ ਥਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਲੱਗ ਪਏ, ਤੇ ਬ੍ਰਾਹਮਣ ਦੀ ਥਾਂ ਗ੍ਰੰਥੀ ਨੂੰ ਆਪਣਾ ਆਗੂ ਮੰਨ ਲਿਆ। ਪਰ ਗੁਰੂ ਕੀ ਮੱਤ ਤੂੰ ਲੈ ਆਨੇ, ਭਗਤ ਬਿਨਾ ਬੋ ਡੂਬੇ ਸਿਆਣੇ। ਸਾਫ ਗੁਰਬਾਣੀ ਨੇ ਕਿਹਾ ਗੁਰੂ ਕੀ ਮੱਤ ਤੂੰ ਲੈ ਆਨੇ, ਗੁਰੂ ਦੀ ਮੱਤ ਲੈਣੀ ਸੀ। ਸੋ ਪਾਠ ਪੜ੍ਹਾਉਂਦਿਆਂ ਗੁਰੂ ਸਾਹਿਬ ਜੀ ਨੇ ਜਿਸ ਵਿਪਰਵਾਦ ਨੂੰ ਤਿਰਸਕਾਰਿਆ ਸੀ, ਅਸੀਂ ਉਸੇ ਨੂੰ ਜਿਹੜਾ ਹੈ ਸਤਕਾਰਿਆ ਤੇ ਗਲਵਕੜੀ ਪਾ ਕੇ ਬਹਿ ਗਏ। ਅਸੀਂ ਉਸੇ ਤਰ੍ਹਾਂ ਦੀ ਪੂਜਾ ਵਿਧੀ ਅਪਣਾਣੀ ਸ਼ੁਰੂ ਕਰ ਦਿੱਤੀ ਹੈ, ਤਾਂਤਰਿਕ ਵਿਧੀ ਨਾਲ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਦੇਖੋ ਕਿ ਰਾਮਾਇਣ ਦਾ ਅਖੰਡ ਪਾਠ ਕਰਨ ਸਮੇਂ ਹੁੰਦੀਆਂ ਰੀਤੀਆਂ ਨੂੰ ਮੜ ਕਰਨ ਅਤੇ ਗੁਰਬਾਣੀ ਦਾ ਅਖੰਡ ਪਾਠ ਕਰਨ ਲੱਗੇ ਜਿਹੜਾ ਹੈ ਅਸੀਂ ਉਹ ਰੀਤੀਆਂ ਸਮਝ ਲਈਆਂ। ਜਿਵੇਂ ਰਾਮਾਇਣ ਦਾ ਕਿਸੇ ਜ਼ਮਾਨੇ 'ਚ ਅਖੰਡ ਪਾਠ ਸਾਹਿਬ ਹੁੰਦਾ ਸੀਗਾ, ਤੇ ਉਹਨਾਂ ਨੇ ਉੱਥੇ ਕੀ ਰੱਖਣਾ ਹੁੰਦਾ ਸੀ ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ, ਕਿ ਉਹ ਜੋਤ ਜਗਾਉਂਦੇ ਸੀ। ਇਹ ਅਗਨੀ ਦੇਵਤੇ ਦੀ ਪੂਜਾ ਹੈਗੀ ਹੈ ਅਸਲ ਮਾਇਨੇ ਵਿੱਚ। ਹੁਣ ਇਹ ਕੌਣ ਸਮਝਾਏ? ਕਿਸੇ ਨੇ ਰਹਿਤ ਮਰਿਆਦਾ ਪੜ੍ਹੀ ਨਹੀਂ ਹੈ। ਜੋ ਜੋਤ ਜਗਾਣਾ ਹੈ ਇਹ ਅਗਨੀ ਦੇਵਤੇ ਦੀ ਪੂਜਾ ਹੈਗੀ, ਤੇ ਇਹਦੇ ਨਾਲ ਘੜਾ ਭਰ ਕੇ ਰੱਖਣਾ ਕੁੰਭ, ਇਹ ਵਰੁਣ ਦੇਵਤੇ ਦੀ ਪੂਜਾ ਜਲ ਦੀ। ਤੇ ਅਨਾਜ, ਜਿਵੇਂ ਕਈ ਥਾਵਾਂ ਤੇ ਤੁਸੀਂ ਦੇਖਿਆ ਹੋਵੇਗਾ ਨਾ ਅਖੰਡ ਪਾਠ ਸਾਹਿਬ ਅਨਾਜ ਦਾ ਢੇਰ ਲਾ ਦਿੰਦੇ ਨੇ ਇੱਕ ਪਾਸੇ ਹੈ, ਤੇ ਜੋ ਜਾਂ ਕਣਕ ਜੋ ਨਹੀਂ ਹੁੰਦੇ ਤੇ ਕਣਕ ਜਿਹੜਾ ਉਹ ਉਹਦਾ ਢੇਰ ਲਾ ਦਿੰਦੇ ਨੇ। ਇਹ ਅਨਾਜ ਦੇਵਤੇ ਨੂੰ ਜੋਆਂ ਦੇ ਰੂਪ ਵਿੱਚ ਰੱਖਦੇ ਨੇ। ਤੇ ਲਾਲ ਰੰਗ ਦਾ ਜਿਹੜਾ ਕੱਪੜਾ ਹੁੰਦਾ ਹੈ ਉਹ ਹਨੂਮਾਨ ਦੀ ਹਾਜ਼ਰੀ, ਉਸਦੇ ਜਾਂਗੀਏ ਦੇ ਚਿੰਨ੍ਹ ਲਾਲ ਕੱਪੜੇ ਦੇ ਰੂਪ ਵਿੱਚ ਸਿਰ ਤੇ ਬਲੀ ਦੇਣ ਵਾਸਤੇ ਜਿਹੜਾ ਹੈ ਉਹ ਨਾਰੀਅਲ ਭੇਟ ਕਰ ਦਿੰਦੇ ਨੇ। ਸੋ ਇਹ ਤੁਸੀਂ ਦੇਖੋ ਵੀ ਲਾਲ ਕੱਪੜਾ ਹਨੂਮਾਨ ਦੇ ਵਾਸਤੇ ਹੈ, ਤੇ ਨਾਰੀਅਲ ਉਹਦੇ ਸਿਰ ਦੀ ਥਾਂ ਬਲੀ ਦੇਣੀ, ਉਹ ਨਾਰੀਅਲ ਦੀ ਬਲੀ ਦੇ ਦੇਣੀ। ਸਾਡੇ ਪਤਾ ਕੀ ਹੈ, ਜੇ ਕੁਝ ਦੇਣਾ ਹੀ ਹੈ ਨਾਰੀਅਲ ਨਹੀਂ ਭੇਟਾ ਕਰਨਾ ਗੁਰੂ ਨੂੰ। ਇਹ ਭੇਟਾ ਕੀ ਕਰਨਾ ਹੈ? ਸਾਡੇ ਤਾਂ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਵੀ ਜੇ ਭੇਟਾ ਹੀ ਕਰਨਾ ਹੈ ਨਾ, ਜੇ ਤੇਰਾ ਮਨ ਮੰਨ ਗਿਆ ਤੇ ਭੇਟਾ ਕਰ, ਸਤਿਗੁਰ ਆਗਿਆ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਭਾਵੈ, ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨੀਐ ਪਾਈਐ। ਆ ਹੈ ਭੇਟਾ ਕਰਨ ਦੀ ਗੱਲ। ਗੁਰੂ ਪਾਤਸ਼ਾਹ ਜੀ
ਤਾਂ ਕਹਿੰਦੇ ਨੇ ਭਾਈ ਵੀ ਆਪਣਾ ਸੀਸ ਭੇਟਾ ਕਰਦੇ। ਇਹ ਸੋ ਇਸ ਕਰਕੇ ਰਹਿਤ ਮਰਿਆਦਾ ਵਿੱਚ ਇਹ ਸਾਫ਼ ਲਿਖਿਆ ਹੋਇਆ ਹੈ ਭਾਈ ਇਹ ਵਿਪਰਵਾਦ ਦੀ ਪੂਜਾ ਹੈਗੀ ਹੈ। ਤੇ ਗੁਰੂ ਗੋਬਿੰਦ ਸਿੰਘ ਨੇ ਲਿਖਿਆ ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀ, ਵੀ ਜਦੋਂ ਇਹ ਵਿਪਰਵਾਦੀ ਰੀਤਾਂ ਵਿੱਚ ਪਏਗਾ ਮੈਂ ਇਹਦਾ ਵਿਸ਼ਵਾਸ ਨਹੀਂ ਕਰਨਾ। ਆਪ ਪਾਤਸ਼ਾਹ ਨੇ ਲਿਖਿਆ ਕਿ ਜਾਗਤ ਜੋਤ ਜਪੈ ਨਿਸਵਾਸੁਰ ਏਕ ਬਿਨਾ ਮਨ ਨੈਕ ਨ ਆਨ, ਵੀ ਇੱਕ ਤੋਂ ਬਿਨਾ ਕਿਸੇ ਹੋਰ ਦੀ ਪੂਜਾ ਨਹੀਂ ਹੋ ਸਕਦੀ ਹੈ। ਸੋ ਇਸ ਕਰਕੇ ਇਹ ਵਸਤੂਆਂ ਦੀ ਕੋਈ ਲੋੜ ਨਹੀਂ ਹੈਗੀ। ਅੱਗੇ ਲਿਖਿਆ ਸਾਧਾਰਨ ਪਾਠ ਅਖੰਡ ਪਾਠ ਦਾ ਆਰੰਭ, ਦੋਨਾਂ ਦੀ ਗੱਲ ਅਤੇ ਭੋਗ ਇੱਕ ਪੁਆਇੰਟ ਦੇ ਵਿੱਚ। ਉਹ ਕਹਿੰਦੇ ਨੇ ਸਾਧਾਰਨ ਪਾਠ ਦੇ ਆਰੰਭ ਵੇਲੇ ਪ੍ਰਸਾਦ ਲਿਆ ਕੇ ਆਨੰਦ ਸਾਹਿਬ 6 ਪੌੜੀਆਂ ਦਾ ਪਾਠ ਕਰਕੇ ਅਰਦਾਸ ਮਗਰੋਂ ਹੁਕਮ ਲਿਆ ਜਾਵੇ। ਅਖੰਡ ਪਾਠ ਵੇਲੇ ਕੜਾ ਪ੍ਰਸਾਦ ਹੋਵੇ, ਫਿਰ ਆਨੰਦ ਸਾਹਿਬ 6 ਪੌੜੀਆਂ ਦਾ ਪਾਠ ਆਰੰਭ ਕਰਨ ਮਗਰੋਂ ਅਰਦਾਸ ਕਰਕੇ ਅਤੇ ਹੁਕਮ ਲੈ ਕੇ ਪਾਠ ਦਾ ਆਰੰਭ ਕੀਤਾ ਜਾਵੇ। ਦੋਨਾਂ ਦਾ ਇੱਕੋ ਜਿਹਾ ਹੀ ਤਕਰੀਬਨ ਹੈਗਾ ਇਹ ਵਾਕ ਲੈ ਕੇ ਫਿਰ ਪਾਠ ਦੀ ਆਰੰਭਤਾ ਹੋਵੇ। ਸਾਧਾਰਨ ਪਾਠ ਸਹਿਜ ਪਾਠ ਤੁਸੀਂ ਅੱਧਾ ਘੰਟਾ ਪਾਠ ਕਰ ਲਿਆ, 1 ਘੰਟਾ ਕਰ ਲਿਆ, 10 ਮਿੰਟ ਕਰ ਲਿਆ, ਰੁਕ ਗਏ, ਫਿਰ ਜਦੋਂ ਸਮਾਂ ਮਿਲਿਆ ਫਿਰ ਕਰ ਲਿਆ ਹੈਗਾ। ਅਖੰਡ ਪਾਠ ਸਾਹਿਬ ਜਦੋਂ ਇੱਕ ਵਾਰ ਆਰੰਭ ਹੋ ਗਿਆ ਫਿਰ ਉਹ ਪਾਠੀ ਤੇ ਬਦਲ ਸਕਦੇ ਨੇ, ਪਰ ਨਿਰਵਿਘਨਤਾ ਸਹਿਤ ਲਗਾਤਾਰ ਤੁਹਾਨੂੰ ਉਹ ਪਾਠ ਕਰਨਾ ਹੈ, ਜਿਹਦਾ ਭੋਗ ਤੀਜੇ ਦਿਨ ਪੈਂਦਾ ਹੈਗਾ। ਭੋਗ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਸਾਧਾਰਨ ਜਾਂ ਅਖੰਡ ਪਾਠ ਦਾ ਭੋਗ ਮੁੰਦਾਵਣੀ ਉੱਤੇ ਜਾਂ ਰਾਗਮਾਲਾ ਪੜ੍ਹ ਕੇ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। ਇਸ ਗੱਲ ਬਾਬਤ ਪੰਥ ਵਿੱਚ ਅਜੇ ਤੱਕ ਮਤਭੇਦ ਹੈ। ਇਸ ਲਈ ਰਾਗਮਾਲਾ ਤੋਂ ਬਿਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ। ਇਸ ਤੋਂ ਉਪਰੰਤ ਆਨੰਦ ਸਾਹਿਬ ਦਾ ਪਾਠ ਕਰਕੇ ਭੋਗ ਦਾ ਅਰਦਾਸਾ ਕੀਤਾ ਜਾਵੇ ਤੇ ਕੜਾ ਪ੍ਰਸਾਦ ਵਰਤਾਇਆ ਜਾਵੇ। ਇਹਦੇ ਉੱਤੇ ਅਸਲ ਮੁੰਦਾਵਣੀ ਉੱਤੇ ਬਹੁਤ ਸਾਰੇ ਜਿਹੜਾ ਹੈ ਉਹ ਮਤੇ ਪੈ ਚੁੱਕੇ ਨੇ, ਪਰ ਕੌਮ ਦੀ ਸਰਬਸਹਿਮਤੀ ਨਹੀਂ ਹੋਈ। ਤੇ ਜਿਸ ਕੌਮ ਦੇ ਜਿਹੜਾ ਕੌਮ ਦੇ ਵਿੱਚ ਹਜੇ ਮਸਲਾ ਵਿਚਾਰ ਅਧੀਨ ਹੈ, ਉਹ ਸਾਨੂੰ ਚਾਹੀਦਾ ਕਿ ਉਹਨੂੰ ਵਾਦ ਵਿਵਾਦ ਦਾ ਮੁੱਦਾ ਨਾ ਬਣਾਇਆ ਜਾਏ। ਬੜਾ ਸਾਫ਼ ਲਿਖਿਆ ਹੋਇਆ, ਤੁਹਾਡੀ ਮਰਜ਼ੀ ਹੈ। ਸਥਾਨਕ ਰੀਤੀ ਜੇ ਤੁਹਾਡੀ ਹੈ ਕਿ ਮੁੰਦਾਵਣੀ ਤੇ ਅਸੀਂ ਸਮਾਪਤੀ ਕਰਨੀ ਹੈ ਤੇਰਾ ਕੀਤਾ ਜਾਤੋ ਨਹੀਂ ਪੜ੍ਹ ਕੇ, ਤਾਂ ਤੁਸੀਂ ਉੱਥੇ ਕਰ ਸਕਦੇ ਹੋ। ਜੇ ਤੁਹਾਨੂੰ ਰਾਗਮਾਲਾ ਪੜ੍ਹਨੀ ਹੈ ਤੇ ਰਾਗਮਾਲਾ ਪੜ੍ਹ ਕੇ ਤੁਸੀਂ ਸਮਾਪਤੀ ਕਰ ਸਕਦੇ ਹੋ। ਇਹਦੇ ਉੱਤੇ ਵਾਦ ਵਿਵਾਦ ਬੇਲੋੜਾ ਝਗੜਾ ਜਿਹੜਾ ਹੈ ਉਹ ਖੜਾ ਨਾ ਕੀਤਾ ਜਾਏ। ਜਿਵੇਂ ਕਿ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਜੀ ਨੇ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਜੋ ਇਹ ਰਾਗਮਾਲਾ ਹੈਗੀ ਹੈ ਉਹ ਅਕਾਲ ਤਖਤ ਸਾਹਿਬ ਨਹੀਂ ਪੜ੍ਹੀ ਜਾਂਦੀ, ਨਨਕਾਣਾ ਸਾਹਿਬ ਨਹੀਂ ਪੜ੍ਹੀ ਜਾਂਦੀ, ਪੰਜਾ ਸਾਹਿਬ ਨਹੀਂ ਪੜ੍ਹੀ ਜਾਂਦੀ, ਇਹਨਾਂ ਗੁਰੂ ਧਾਮਾਂ ਵਿੱਚ ਇਹ ਨਹੀਂ ਪੜ੍ਹੀ ਜਾਂਦੀ ਹੈਗੀ ਹੈ, ਤੇ ਬਾਕੀ ਗੁਰਦੁਆਰਿਆਂ ਵਿੱਚ ਜ਼ਿਆਦਾਤਰ ਪੜ੍ਹੀ ਜਾਂਦੀ ਹੈ। ਜਾਂ ਇੱਕ ਖਾਸ ਵਰਗ ਦੇ ਜਿਹੜੇ ਜੱਥੇ ਨਾਲ ਸੰਬੰਧ ਰੱਖਣ ਵਾਲੇ ਵੀਰ ਨੇ ਉਹ ਨਹੀਂ ਪੜ੍ਹਦੇ। ਸੋ ਇਹਦੇ ਉੱਤੇ ਝਗੜਾ ਨਹੀਂ ਕਰਨਾ ਹੈਗਾ। ਇਹਦੇ ਸਾਫ਼ ਲਿਖਿਆ ਹੈਗਾ ਕਿ ਜਦੋਂ ਤੱਕ ਪੰਥਕ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਰੂਪ ਹੈ ਉਹ ਰਾਗਮਾਲਾ ਤੋਂ ਬਿਨਾਂ ਨਾ ਛਾਪਿਆ ਜਾਏ। ਸੋ ਇਹ ਉਪਰੰਤ ਆਨੰਦ ਸਾਹਿਬ ਦਾ ਪਾਠ ਕਰਕੇ ਜੋ 6 ਪੌੜੀਆਂ ਨੇ ਤੇ ਭੋਗ ਦਾ ਅਰਦਾਸਾ ਸੋਧਿਆ ਜਾਏ ਤੇ ਕੜਾ ਪ੍ਰਸਾਦ ਵਰਤਾਇਆ ਜਾਏ ਵਾਕ ਲੈਣ ਤੋਂ ਬਾਅਦ। ਬਿਲਕੁਲ ਸਾਫ਼ ਲਿਖਿਆ ਹੋਇਆ ਹੈਗਾ। ਸੋ ਇਸ ਤਰ੍ਹਾਂ ਅਸੀਂ ਸੰਪੂਰਨਤਾ ਜਿਹੜੀ ਹੈ ਉਹ ਕਰ ਸਕਦੇ ਹੈਗੇ ਆ। ਤੋ ਪਾਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਆਰੰਭ ਕਰਨਾ ਹੈ, ਪਾਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਭੋਗ ਪਾਣਾ ਹੈਗਾ ਸੰਪੂਰਨਤਾ। ਪਰ ਆਪਾਂ ਪਾਠ ਸਾਧਾਰਨ ਪਾਠ ਸੈਂਚੀਆਂ ਤੋਂ ਕਰ ਸਕਦੇ ਹਾਂ ਤੇ ਅਖੰਡ ਪਾਠ ਸਾਹਿਬ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਹੀ ਕਰਨਾ ਹੈਗਾ। ਇਹਦਾ ਐੜਾ ਪੁਆਇੰਟ ਹੈ ਜੀ, ਭੋਗ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੋੜ ਅਨੁਸਾਰ ਰੁਮਾਲ, ਚੋਰ, ਚਾਨਣੀ ਆਦਿ ਦੀ ਭੇਟਾ ਅਤੇ ਪੰਥਕ ਕਾਰਜਾਂ ਲਈ ਯਥਾ ਸ਼ਕਤ ਅਰਦਾਸ ਕਰਾਈ ਜਾਵੇ। ਸੋ ਇਹਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਵੀ ਲੋੜ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕੀਤੀ ਜਾਏ। ਪੁੱਛ ਲਿਆ ਜਾਏ ਗ੍ਰੰਥੀ ਸਾਹਿਬਾਨ ਨੂੰ। ਇੱਕ ਪਾਸੇ ਅਸੀਂ ਕਹਿੰਦੇ ਗ੍ਰੰਥੀ ਸਿੰਘ ਗੁਰੂ ਕੇ ਵਜ਼ੀਰ ਨੇ ਤੇ ਵਜ਼ੀਰ ਸਾਹਿਬ ਜੀ ਕਹਿ ਰਹੇ ਨੇ ਵੀ ਸਾਨੂੰ ਰੁਮਾਲਿਆਂ ਦੀ ਲੋੜ ਨਹੀਂ ਹੈ, ਸਾਡੇ ਗੁਰੂ ਘਰ 'ਚ ਬਹੁਤ ਸਾਰੇ ਰੁਮਾਲੇ ਨੇ, ਤੁਸੀਂ ਚੌਰ ਸਾਹਿਬ ਦਾਨ ਕਰ ਦਿਓ, ਚਾਨਣੀ ਸਾਹਿਬ ਦਾਨ ਕਰ ਦਿਓ, ਪਾਲਕੀ ਸਾਹਿਬ ਭੇਟਾ ਕਰ ਦਿਓ, ਜਾਂ ਗੁਰੂ ਘਰ ਨੂੰ ਹੋਰ ਚਾਦਰਾਂ ਦੀ ਲੋੜ ਹੈ ਚਾਦਰਾਂ ਦਾਨ ਕਰ ਦਿਓ, ਜਾਂ ਜਿਨ੍ਹਾਂ ਵਸਤਰਾਂ ਦੇ ਰਾਹੀਂ ਅਸੀਂ ਮਹਾਰਾਜ ਜੀ ਦਾ ਸੁਖਾਸਨ ਕਰਦੇ ਹਾਂ ਉਹ ਕਰ ਦਿਓ,
ਜਾਂ ਕੋਈ ਸੁਖਾਸਨ ਸਾਹਿਬ ਦੇ ਰੂਮ ਦੇ ਵਿੱਚ ਕੰਬਲ, ਚਾਦਰ ਇਤਿਆਦਿਕ ਦੀ ਲੋੜ ਹੈ, ਪਰਦਿਆਂ ਦੀ ਲੋੜ ਹੈ, ਉਹਨਾਂ ਦੀ ਸੇਵਾ ਕਰ ਦਿਓ। ਸੋ ਇਹ ਬਹੁਤ ਸਾਰੀਆਂ ਸੇਵਾਵਾਂ ਨੇ ਜਿਹੜੀਆਂ ਕੀਤੀਆਂ ਜਾ ਸਕਦੀਆਂ ਹੈਗੀਆਂ। ਪਰ ਸਾਡੇ ਕੀ ਹੈ, ਪਰੰਪਰਾ ਬਣੀ ਹੈ ਕਿ ਸਾਡੇ ਜਦੋਂ ਭੋਗ ਦੀ ਸਮਾਪਤੀ ਹੋਣੀ ਹੈ ਉਦੋਂ ਰੁਮਾਲਾ ਜਿਹੜਾ ਉਹ ਚੜਾਉਣਾ ਹੀ ਚੜਾਉਣਾ ਹੈ। ਜੇ ਭਾਈ ਸਾਹਿਬ ਕਹਿਣ ਕਿ ਜੀ ਇਹ ਚੀਜ਼ ਦੀ ਲੋੜ ਹੈ, ਕੋਈ ਨਹੀਂ ਭਾਈ ਸਾਹਿਬ ਅਸੀਂ ਉਹ ਵੀ ਲੈ ਕੇ ਦੇ ਦਿਆਂਗੇ, ਪਰ ਅਸੀਂ ਰੁਮਾਲਾ ਵੀ ਚੜਾਉਣਾ, ਸਾਡੀ ਸ਼ਰਧਾ ਹੈਗੀ। ਸੋ ਰੁਮਾਲਿਆਂ ਦਾ ਤਾਂ ਗੁਰਦੁਆਰਿਆਂ 'ਚ ਢੇਰ ਲੱਗਿਆ ਹੋਇਆ, ਉਹ ਇੱਕ ਦਿਨ ਤੋਂ ਚੜਨ ਤੋਂ ਬਾਅਦ ਦੂਜੇ ਦਿਨ ਵਾਰੀ ਨਹੀਂ ਆਉਂਦੀ, ਸਾਰੇ ਰੂਮ ਭਰੇ ਪਏ ਨੇ। ਔਰ ਜਿਹੜਾ ਹੈਗਾ ਕਿ ਹੁਣ ਇੱਥੋਂ ਤੱਕ ਨੌਬਤ ਆ ਗਈ ਹੈ ਕਿ ਸਟੋਰ ਰੂਮ ਬੰਦ ਕਰਨੇ ਪਏ, ਦੂਜੇ ਸਟੋਰ ਰੂਮ 'ਚ ਜਿਹੜਾ ਹੈ ਕਈ ਸਟੋਰ ਰੂਮ ਬਣੇ ਪਏ। ਸੋ ਸਾਨੂੰ ਦੇਖਣਾ ਚਾਹੀਦਾ, ਵਿਚਾਰਨਾ ਚਾਹੀਦਾ ਹੈਗਾ ਕਿ ਜਿਸ ਚੀਜ਼ ਦੀ ਲੋੜ ਹੈ, ਦੇਖੋ ਕਈ ਥਾਵਾਂ ਤੇ ਲਿਟਰੇਚਰ ਦੀ ਲੋੜ ਹੈਗੀ ਹੈ, ਤੁਸੀਂ ਲਿਟਰੇਚਰ ਦਾਨ ਕਰ ਦਿਓ। ਔਰ ਮੈਂ ਤਾਂ ਬੇਨਤੀ ਕਰਾਂਗਾ ਕਿ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਸੰਸਥਾਵਾਂ ਧਾਰਮਿਕ ਕਾਰਜ ਕਰ ਰਹੀਆਂ ਨੇ ਔਰ ਬੱਚਿਆਂ ਨੂੰ ਵਿੱਦਿਆ ਪੜ੍ਹਾਉਣ ਦੇ ਕਾਰਜ ਕਰ ਰਹੇ ਨੇ, ਤੁਸੀਂ ਉੱਥੇ ਪੁਸਤਕਾਂ ਦਾਨ ਕਰ ਦਿਓ, ਉੱਥੇ ਲਿਟਰੇਚਰ ਦਾਨ ਕਰ ਦਿਓ, ਕਿਸੇ ਬੱਚੇ ਨੂੰ ਸਕੂਲ ਦੀ ਯੂਨੀਫਾਰਮ ਦਾਨ ਕਰ ਦਿਓ, ਕਿਸੇ ਗਰੀਬ ਦੇ ਬੱਚੇ ਦੀ ਸਕੂਲ ਦੀ ਫੀਸ ਭਰ ਦਿਓ, ਕਿਸੇ ਗ੍ਰੰਥੀ ਸਿੰਘ ਨੂੰ ਵਸਤਰ ਦੇ ਦਿਓ, ਜਿਵੇਂ ਪਿੱਛੇ ਲਿਖਿਆ ਵੀ ਪਾਠੀ ਸਿੰਘ ਨੂੰ ਯੋਗ ਵਸਤਰ, ਸੋ ਤਾਂ ਕਿ ਯੂਜ਼ ਹੋ ਜਾਏ। ਇਹ ਇੱਥੇ ਬਿਲਕੁਲ ਸਾਫ਼ ਲਿਖਿਆ ਮਿਲਦਾ ਹੈ ਭਾਈ ਰਹਿਤਨਾਮੇ ਵਿੱਚ ਭਾਈ ਚੋਪਾ ਸਿੰਘ ਦੇ ਕਿ ਗੁਰੂ ਕਾ ਸਿੱਖ ਗਰੀਬ ਦੀ ਰਸਨਾ ਗੁਰੂ ਕੀ ਗੋਲਕ ਜਾਣੇ। ਸੋ ਇਹ ਸਾਧਾਰਨ ਪਾਠ ਤੇ ਅਖੰਡ ਪਾਠ ਸਾਹਿਬ ਜੀ ਦੀ ਜੋ ਗੱਲ ਸੀ ਉਹ ਰਹਿਤ ਮਰਿਆਦਾ ਵਿੱਚ ਦਰਜ ਸੀ। ਤੁਸੀਂ ਵੀ ਦੇਖਿਆ ਹੋਣਾ ਵੀਰ ਜੀ, ਵੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ। ਇਹਦੇ ਵਿੱਚ ਦੋ ਹੀ ਪਾਠ ਲਿਖੇ ਨੇ, ਸਾਧਾਰਨ ਪਾਠ ਜਿਹਨੂੰ ਅਸੀਂ ਸਹਿਜ ਪਾਠ ਸਾਹਿਬ ਜਾਂ ਅਖੰਡ ਪਾਠ ਸਾਹਿਬ। ਕਿਤੇ ਸੰਪਨ ਪਾਠ ਦੀ ਗੱਲ ਹੀ ਨਹੀਂ ਆਈ, ਸੰਪਟ ਪਾਠ ਦਾ ਕੋਈ ਜ਼ਿਕਰ ਹੀ ਨਹੀਂ ਆਇਆ ਹੈਗਾ। ਪਰ ਸਾਡੇ ਪਤਾ ਨਹੀਂ ਕਿੱਥੋਂ ਸੰਪਟ ਪਾਠ ਵਿੱਚ ਵੜ ਗਿਆ, ਇੱਕ ਸ਼ਬਦ ਤੋਂ ਬਾਅਦ ਫਿਰ ਮੂਲ ਮੰਤਰ ਦਾ ਪਾਠ ਕਰਨਾ ਜਾਂ ਕਿਸੇ ਹੋਰ ਔਖੀ ਘੜੀ ਨਾ ਦੇਖਣ ਦੇ ਇਹ ਪਾਠ ਕਰਨਾ ਸੰਪਟ ਲਾ ਕੇ, ਇਹ ਕਿੱਥੋਂ ਮਰਿਆਦਾ ਆ ਗਈ। ਇਹ ਅਸਲ ਵਿੱਚ ਕੀ ਹੈ, ਬ੍ਰਾਹਮਣਵਾਦੀ ਰੀਤੀ ਹੈ। ਜਿਵੇਂ ਪਹਿਲਾਂ ਲੋਕ ਰਮਾਇਣ ਦਾ ਪਾਠ ਕਰਦੇ ਸੀ ਨਾ, ਤੇ ਰਮਾਇਣ ਦਾ ਅਖੰਡ ਪਾਠ ਹੋਣਾ ਤੇ ਉਹਦੇ ਵਿੱਚ ਰਾਮ ਸ਼ਬਦ ਦਾ ਪ੍ਰਯੋਗ ਕਰਨਾ, ਵਿੱਚ ਰਾਮ ਸ਼ਬਦ ਦੀਆਂ ਤੁਕਾਂ ਜਿਹੜੀਆਂ ਨੇ ਉਹ ਬੋਲੀ ਜਾਣ। ਤੇ ਉਹ ਉੱਥੋਂ ਸਾਡੇ ਕੁਝ ਵਿਪਰਵਾਦੀ ਲੋਕਾਂ ਨੇ, ਡੇਰਾਵਾਦ ਵਾਲੇ ਲੋਕਾਂ ਨੇ ਇਹ ਸੰਪਟ ਪਾਠ ਖੋਜ ਮਾਰਿਆ ਤੇ ਫਿਰ ਅੱਗੇ ਕੀਤਾ ਜੀ ਇਹ ਤਾਂ ਬੜਾ ਮਹਿੰਗਾ ਪਾਠ ਹੈ, 51,000 ਦੀ ਰਸੀਦ ਕਟਾਓ, 1 ਲੱਖ ਦੀ ਰਸੀਦ ਕਟਾਓ, ਫਿਰ ਜਾ ਕੇ ਸੰਪਟ ਪਾਠ ਹੁੰਦਾ। ਸੋ ਰਹਿਤ ਮਰਿਆਦਾ ਜੋ ਅਕਾਲ ਤਖਤ ਸਾਹਿਬ ਤੋਂ ਲਾਗੂ ਹੈ, ਜੋ ਸਾਰੇ ਪੰਥ ਤੇ ਮੈਂ ਬਾਰ-ਬਾਰ ਬੇਨਤੀ ਕਰ ਰਿਹਾ, ਉਹਦੇ ਵਿੱਚ ਤੁਸੀਂ ਇੱਕ ਸ਼ਬਦ ਮੈਨੂੰ ਸੰਪਟ ਪਾਠ ਦਾ ਖੋਜ ਕੇ ਵਿਖਾਓ। ਇੱਕ ਵੀ ਜ਼ਿਕਰ ਹੀ ਨਹੀਂ ਹੈ ਵੀ ਸੰਪਟ ਪਾਠ ਕਿਵੇਂ ਆਰੰਭ ਹੋਣਾ ਹੈ ਤੇ ਕਿਵੇਂ ਲੱਗਣਾ ਹੈ। ਬਹੁਤ ਸਾਰੇ ਲੋਕ ਪੁੱਛਦੇ ਸੰਪਟ ਪਾਠ ਕੀ ਹੁੰਦਾ ਹੈ, ਕਿਵੇਂ ਆਰੰਭ ਹੋਣਾ। ਸਹਿਜ ਪਾਠ ਸਾਹਿਬ ਹੈ, ਆਪ ਵਿਚਾਰੋ, ਆਪ ਪੜੋ ਹੌਲੀ ਹੌਲੀ, ਤੇ ਜੋ ਗੁਰੂ ਕਹਿੰਦਾ ਹੈ ਉਹਨੂੰ ਭਲਾ ਕਰਕੇ ਮੰਨੋ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾ। ਜਦੋਂ ਬਾਣੀ ਅਸੀਂ ਆਪ ਪੜਾਂਗੇ, ਆਪ ਵਿਚਾਰਾਂਗੇ, ਫਿਰ ਸਾਨੂੰ ਬਹੁਤ ਕੁਝ ਪ੍ਰਾਪਤ ਹੋਏਗਾ। ਜਿਵੇਂ ਬਾਰ-ਬਾਰ ਗੁਰੂ ਪਾਤਸ਼ਾਹ ਵੀ ਸਾਨੂੰ ਚੇਤੇ ਕਰਾਉਂਦੇ ਨੇ ਕਿ ਡਿਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਸ਼ਬਦ ਨੂੰ ਵਿਚਾਰ ਕੇ ਪੜਨਾ ਉਹ ਬਹੁਤ ਜ਼ਰੂਰੀ ਹੈ, ਉਹ ਸਹਿਜ ਪਾਠ ਸਾਹਿਬ ਦੇ ਰਾਹੀਂ ਹੋ ਸਕਦਾ ਹੈ। ਹਾਂਜੀ ਵੀਰ ਜੀ, ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਆਪ ਜੀ ਨੇ ਬੜੀ ਚੰਗੀ ਤਰ੍ਹਾਂ ਰਹਿਤ ਮਰਿਆਦਾ ਦਾ ਜਿਹੜਾ ਪਾਠ ਹੈਗਾ ਕਿ ਸਹਿਜ ਪਾਠ ਤੇ ਅਖੰਡ ਪਾਠ ਸਾਹਿਬ ਕਿਸ ਤਰ੍ਹਾਂ ਅਸੀਂ ਉਹਨਾਂ ਸ਼ੁਰੂਆਤ ਕਰਨੀ ਹੈ ਤੇ ਕਿਸ ਤਰ੍ਹਾਂ ਉਹਨਾਂ ਦੇ ਭੋਗ ਪਾਣੇ ਨੇ, ਇਹ ਬੜੇ ਸੌਖੇ ਸ਼ਬਦਾਂ ਵਿੱਚ ਸਾਨੂੰ ਤੇ ਸੰਗਤ ਨੂੰ ਸਮਝਾ ਕੇ ਜਾਗਰੂਕ ਕੀਤਾ ਹੈ। ਆਪ ਜੀ ਦਾ ਫਿਰ ਬਹੁਤ ਤਹਿ ਦਿਲ ਤੋਂ ਬਹੁਤ-ਬਹੁਤ ਧੰਨਵਾਦ। ਕੱਲ ਫਿਰ ਇੱਕ ਆਪ ਜੀ ਨਾਲ ਰਹਿਤ ਮਰਿਆਦਾ ਦੇ ਇੱਕ ਨਵੇਂ ਕੁਐਸਚਨ ਤੇ ਆਪ ਜੀ ਨਾਲ ਫਿਰ ਪੇਸ਼ ਹੋਵਾਂਗੇ ਤੇ ਆਸ ਹੈ ਆਪ ਜੀ ਉਸ ਨੂੰ ਵੀ ਬੜੀ ਚੰਗੀ ਤਰ੍ਹਾਂ ਸਾਨੂੰ ਸਮਝਾਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।